ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਅਨੂ ਕੌੜਾ। ਪੰਜਾਬੀਆਂ ਨੇ ਹਰ ਖੇਤਰ ਦੇ ਵਿੱਚ ਮੱਲਾਂ ਮਾਰੀਆਂ ਨੇ। ਆਪਣੀ ਹੋਂਦ ਆਪਣੀ ਪੰਜਾਬੀ ਮਾਂ ਬੋਲੀ ਨੂੰ ਹਰ ਖੇਤਰ ਦੇ ਵਿੱਚ ਵਿਕਸਿਤ ਕੀਤਾ ਹੈ। ਹਰ ਕੰਮ ਨੂੰ ਦਿਲ ਲਗਾ ਕੇ ਕਰਨ ਵਾਲੀ ਅਤੇ ਹਰ ਖੇਤਰ ਦੇ ਵਿੱਚ ਝੰਡੇ ਗੱਡਣ ਵਾਲੀ ਇਸ ਕੌਮ ਨੂੰ ਹਰ ਕੋਈ ਪਹਿਚਾਨਦਾ ਹੈ। ਉੱਥੇ ਹੀ ਜੇਕਰ ਕਿਸੇ ਵੀ ਦੇਸ਼ ਦੇ ਵਿੱਚ ਪੰਜਾਬੀਆਂ ਦਾ ਵਾਸਾ ਹੋਵੇ ਤੇ ਉਹ ਸਿਆਸਤ ਦੇ ਵਿੱਚ ਪਿੱਛੇ ਰਹਿ ਜਾਣ, ਇਹ ਤਾਂ ਹੋ ਹੀ ਨਹੀਂ ਸਕਦਾ। ਅਜਿਹੀ ਮਿਸਾਲ ਹੁਣ ਦੇਖਣ ਨੂੰ ਮਿਲੀ ਹੈ ਪੰਜਾਬ ਦੇ ਜ਼ਿਲ੍ਹਾ ਫਰੀਦਕੋਟ ਤੋਂ, ਜਿੱਥੇ ਦਾ ਨੌਜਵਾਨ ਗੁਰਿੰਦਰ ਸਿੰਘ ਬਰਾੜ ਕਰੀਬ 10 ਸਾਲ ਪਹਿਲਾਂ ਸਟੱਡੀ ਵੀਜ਼ੇ ਤੇ ਅਲਬਰਟਾ ਦੀ ਧਰਤੀ ਦੇ ਉੱਤੇ ਪੜਨ ਗਿਆ ਸੀ, ਜਿਸ ਦਾ ਉੱਥੋਂ ਦੀ ਸਿਆਸਤ ਦੇ ਵਿੱਚ ਨਾਂ ਚਮਕ ਗਿਆ ਕਿਉਂਕਿ ਉਹਨਾਂ ਨੂੰ ਅਲਬਰਟਾ ਦੀ ਨਿਊ ਡੈਮੋਕ੍ਰੈਟਿਕ ਪਾਰਟੀ ਯਾਨੀ ਕਿ ਐਨਡੀਏ ਵੱਲੋਂ ਕੈਲਗਰੀ ਤੋਂ ਛੋਟੀ ਉਮਰ ਦੇ ਵਿੱਚ ਹੀ ਸਿਰਫ 29 ਸਾਲਾਂ ਦੀ ਉਮਰ ਦੇ ਵਿੱਚ ਹੀ ਆਪਣਾ ਉਮੀਦਵਾਰ ਬਣਾ ਲਿਆ ਗਿਆ। ਹੁਣ ਗੁਰਿੰਦਰ ਸਿੰਘ ਆਪਣੇ ਮਾਪਿਆਂ ਦਾ ਆਸ਼ੀਰਵਾਦ ਲੈਣ ਦੇ ਲਈ ਇੰਡੀਆ ਫਰੀਦਕੋਟ ਆਪਣੇ ਘਰ ਪਹੁੰਚਿਆ, ਜਿੱਥੇ ਪੂਰੇ ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ। ਇੱਥੇ ਦੱਸਣਯੋਗ ਹੈ ਕਿ ਗੁਰਿੰਦਰ ਆਪਣੇ ਤਾਇਆ ਜੀ ਤੋਂ ਪ੍ਰਭਾਵਿਤ ਹੋ ਕੇ ਇਸ ਖੇਤਰ ਦੇ ਵਿੱਚ ਆਇਆ ਅਤੇ ਐਨਡੀਏ ਪਾਰਟੀ ਵੱਲੋਂ ਨੌਜਵਾਨਾਂ ਦਾ ਨੇਤਰਤਵ ਵੀ ਕੀਤਾ ਗਿਆ, ਕਿਉਂਕਿ ਇਸ ਤੋਂ ਪਹਿਲਾਂ ਗੁਰਿੰਦਰ ਤੇ ਤਾਇਆ ਜੀ ਗੁਰਬਚਨ ਸਿੰਘ ਵੀ ਉਸੇ ਸੀਟ ਤੋਂ ਐਨਡੀਪੀ ਲਈ ਚੋਣ ਲੜ ਚੁੱਕੇ ਨੇ। इस मौके पत्रकारों के नाल गलबात करदे गुरिंदर सिंह बराड़ ने दस्सिया कि वह अपनी +2 की पढ़ाई तो बाद अगे की स्टडी कैनेडा के अल्बर्टा शहर दे विच करन गया सी, जिथे उन्हें अपनी पढ़ाई की ते नाल एक छोटा बिजनेस भी शुरू किया। अपने ताया जी तो प्रभावित होकर राजनीति दे विच कदम रखा ते एनडीए पार्टी दे विच रह के काम भी किया। इस वार एनडीए पार्टी वालों उन्होंने अल्बर्टा विखे कैंडीडेट ऐलानिया गया। जी, मेरा नाम गुरिंदर बराड़ है जी। मैं कैलगरी ਦੇ ਵਿੱਚ ਰਹਿਣ ਵਾਲਾ। कैलगरी ਦੇ ਵਿੱਚ ਅੰਦਰ कैलगरी नॉर्थ ईस्ट ਦੇ ਵਿੱਚ ਮੈਂ ਰਹਿਣਾ। ਉੱਥੋਂ ਹੀ ਮੈਂ ਇਲੈਕਸ਼ਨ ਲੜਨ ਲੱਗਿਆ कैलगरी नॉर्थ ईस्ट ਤੋਂ ਐਨਡੀਪੀ ਵੱਲੋਂ। 2023 ਦੇ ਵਿੱਚ ਇਲੈਕਸ਼ਨ ਹੈ ਤੇ ਮੈਂ ਐਮਐਲਏ ਦਾ ਕੈਂਡੀਡੇਟ ਹਾਂ कैलगरी नॉर्थ ईस्ट ਤੋਂ। ਨਹੀਂ ਕੋਈ ਪਲਾਨ ਨਹੀਂ ਸੀਗੇ ਕਿ ਪੋਲੀਟਿਕਸ ਦੇ ਵਿੱਚ ਜਾਣਾ ਜਾਂ ਐਮਐਲਏ ਦੀ ਇਲੈਕਸ਼ਨ ਲੜਨੀ। ਗਿਆ ਮੈਂ ਸਟੱਡੀ ਬੇਸ 'ਤੇ ਸੀ, ਡਿਪਲੋਮਾ ਕੀਤਾ, ਡਿਗਰੀ ਕੀਤੀ, ਮਾਸਟਰਸ ਡਿਗਰੀ ਕੀਤੀ, ਨਾਲ अपना पहला PR ਦਾ ਜਿਹੜਾ ਸੀਗਾ ਪ੍ਰੋਸੈਸ ਉਹ ਪੂਰਾ ਕੀਤਾ, ਫਿਰ ਸਿਟੀਜ਼ਨਸ਼ਿਪ ਦਾ ਪ੍ਰੋਸੈਸ ਉਹ ਪੂਰਾ ਕੀਤਾ, ਨਾਲ ਦੀ ਨਾਲ ਆਪਣਾ ਜੌਬ ਕੀਤੀ, ਸਿਕਿਉਰਿਟੀ ਗਾਰਡ ਦੀ ਜੌਬ ਕੀਤੀ, ਵਾਲਮਾਰਟ 'ਤੇ ਕੰਮ ਕੀਤਾ ਅਤੇ ਹੋਰ ਜਿੰਨੀਆਂ ਵੀ ਇਹ ਜੌਬ ਸੀ ਜਿਹੜੀਆਂ ਆਪਣੇ ਪੋਕਿਟ ਮਨੀ ਲਈ ਮੈਂ ਉਹ ਵੀ ਕੀਤੀਆਂ। ਅਤੇ ਨਾਲ ਦੀ ਨਾਲ ਮੈਨੂੰ ਕਾਲਜ ਦੇ ਵਿੱਚ ਪੜ੍ਹਾਉਣ ਦਾ ਮੌਕਾ ਮਿਲਿਆ, ਮੈਂ ਉਹ ਵੀ ਕਰਦਾ ਰਿਹਾ। ਔਰ ਸਟੂਡੈਂਟ ਹੁੰਦਿਆਂ ਹੀ ਸਟੂਡੈਂਟ ਯੂਨੀਅਨ ਦੇ ਵਿੱਚ ਮੈਂ ਇਲੈਕਸ਼ਨ ਲੜੀ, ਉੱਥੇ ਸਟੂਡੈਂਟਸ ਨੂੰ ਰੈਪਰਜੈਂਟ ਕੀਤਾ 1 ਸਾਲ। ਫਿਰ ਐਨਡੀਪੀ ਦੇ ਵਿੱਚ ਇਨਵੋਲਵਮੈਂਟ ਹੋਈ। ਮੇਰੇ ਤਾਇਆ ਜੀ ਉਹਨਾਂ ਨੇ 2019 ਦੇ ਵਿੱਚ ਇਲੈਕਸ਼ਨ ਲੜੀ, ਉਹਦੇ ਵਿੱਚ ਕੰਮ ਕੀਤਾ। ਯੂਥ ਉੱਥੇ ਕੌਕਸ ਹੈ, ਜਿਸ ਤਰ੍ਹਾਂ ਯੂਥ ਵਿੰਗ ਹੁੰਦਾ ਨਿਊ ਡੈਮੋਕ੍ਰੈਟਿਕ ਪਾਰਟੀ ਦਾ ਐਨਡੀਪੀ ਦਾ, ਉਹਦਾ ਮੈਂ ਟਰੈਜਰਰ ਅਤੇ ਫਿਰ ਉਸ ਤੋਂ ਬਾਅਦ ਕੋਚੇਅਰ ਰਿਹਾ। ਫਿਰ ਪਾਰਟੀ ਦੇ ਵਿੱਚ ਐਜ਼ ਏ ਸਟਾਫ ਕੰਮ ਕੀਤਾ। ਰੇਚਲ ਨੋਟਲੀ ਦੇ ਜਿਹੜੇ ਸਾਡੇ ਪਾਰਟੀ ਦੇ ਲੀਡਰ ਆ, ਮੈਂ ਉਹਨਾਂ ਦੇ ਲਈ 1 ਸਾਲ ਕੰਮ ਕੀਤਾ ਐਜ਼ ਏ ਕਮਿਊਨਿਟੀ ਐਂਡ ਪਬਲਿਕ ਇੰਗੇਜਮੈਂਟ ਆਫਿਸਰ। ਮਿਨਿਸਟਰ ਸੀ ਰਿਕਾਰਡੋ ਮਿਰਾਂਡਾ, ਉਹਨਾਂ ਦੇ ਨਾਲ ਕਲਚਰ ਐਂਡ ਟੂਰਿਜ਼ਮ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ। ਇਸ ਤਰ੍ਹਾਂ ਚੱਲਦੇ ਇਹ ਮੌਕਾ ਬਣਿਆ ਕਿ ਅੱਜ ਇਲੈਕਸ਼ਨ ਲੜ ਰਹੇ ਹਾਂ। ਕਿਹੜੀ ਪਾਰਟੀ ਵੱਲੋਂ ਟਿਕਟ ਮਿਲੀ ਤੁਹਾਨੂੰ? ਨਿਊ ਡੈਮੋਕ੍ਰੈਟਿਕ ਪਾਰਟੀ ਅਲਬਰਟਾ, ਨਿਊ ਡੈਮੋਕ੍ਰੈਟਿਕ ਪਾਰਟੀ ਅਲਬਰਟਾ ਐਨਡੀਪੀ। ਮੁੱਦੇ ਉੱਥੇ ਲੋਕਾਂ ਦੇ ਸਭ ਤੋਂ ਵੱਡਾ ਇਸ਼ੂ ਇਕੋਨਮੀ ਹੈ। ਇਕੋਨਮੀ ਦੇ ਵਿੱਚ ਇਕਨੋਮਿਕ ਡਾਈਵਰਸੀਫਿਕੇਸ਼ਨ ਹੈ, ਇਨਵੈਸਟਮੈਂਟ ਦੀ ਲੋੜ ਹੈ। ਹਾਈਡਰੋਜਨ ਦੇ ਵਿੱਚ ਜਰਮਨੀ ਇਨਵੈਸਟ ਕਰ ਰਿਹਾ, ਯੂਰਪੀਅਨ ਕੰਟਰੀਜ਼ ਹੋਰ ਜਿਹੜੇ ਉਹ ਇਨਵੈਸਟ ਕਰ ਰਹੇ, UK ਇਨਵੈਸਟ ਕਰ ਰਿਹਾ, ਆਸਟ੍ਰੇਲੀਆ ਇਨਵੈਸਟ ਕਰ ਰਿਹਾ। ਅਸੀਂ ਚਾਹੁੰਦੇ ਹਾਂ ਕਿ ਅਲਬਰਟਾ ਉਹਦੇ ਕੋਲ ਪੋਟੈਂਸ਼ੀਅਲ ਵੀ ਹੈ, ਉਹਦੇ ਕੋਲ ਇੱਕ ਪੜ੍ਹੀ ਲਿਖੀ ਜਿਹੜੇ ਯੂਥ ਹੈ, ਗ੍ਰੈਜੂਏਟਸ ਹੈ, ਪੋਸਟ ਸੈਕੰਡਰੀ ਇੰਸਟੀਟਿਊਸ਼ਨਸ ਹੈ, ਉਹਨਾਂ ਦੇ ਨਾਲ ਮਿਲ ਕੇ ਹਾਈਡਰੋਜਨ 'ਚ ਇਨਵੈਸਟਮੈਂਟ ਕੀਤੀ ਜਾ ਸਕਦੀ ਆ, ਜੀਓਥਰਮਲ 'ਚ ਇਨਵੈਸਟਮੈਂਟ ਕੀਤੀ ਜਾ ਸਕਦੀ ਆ, ਟੈਕ ਸੈਕਟਰ 'ਚ ਇਨਵੈਸਟਮੈਂਟ ਕੀਤੀ ਜਾ ਸਕਦੀ ਹੈ, ਆਰਟ ਐਂਡ ਕਲਚਰ, ਟੂਰਿਜ਼ਮ, ਐਗਰੀਕਲਚਰ, ਇਹ ਸਾਰੇ ਜਿਹੜੇ ਫੀਲਡ ਹੈ ਇਹ ਹਜੇ ਅਨਟੱਚਡ ਅਨਟੈਪਡ ਪਏ ਆ। ਇਹਨਾਂ ਦੇ ਵਿੱਚ ਇਨਵੈਸਟਮੈਂਟ ਕਰਕੇ ਇਕੋਨਮੀ ਨੂੰ ਹੋਰ ਮਜ਼ਬੂਤ ਕੀਤਾ ਜਾ ਸਕਦਾ, ਤਾਂ ਕਿ ਸਿਰਫ ਅਤੇ ਸਿਰਫ ਆਇਲ ਐਂਡ ਗੈਸ 'ਤੇ ਡਿਪੈਂਡੈਂਟ ਨਾ ਰਿਹਾ ਜਾਵੇ, ਆਇਲ ਐਂਡ ਗੈਸ ਪਲੱਸ ਕੋਈ ਚੀਜ਼ ਹੋਵੇ। ਦੂਸਰੀ ਚੀਜ਼ ਜਿਹੜਾ ਉਹ ਪਬਲਿਕਲੀ ਫੰਡਡ ਅਤੇ ਪਬਲਿਕਲੀ ਡਿਲੀਵਰਡ ਹੈਲਥ ਕੇਅਰ ਸਿਸਟਮ, ਜਿਹਦੇ ਵਿੱਚ ਤੁਹਾਡੇ ਕ੍ਰੈਡਿਟ ਕਾਰਡ ਦੀ ਲੋੜ ਨਾ ਹੋਵੇ, ਤੁਹਾਡੇ ਹੈਲਥ ਕਾਰਡ ਦੀ ਲੋੜ ਹੋਵੇ। ਡਾਕਟਰ ਜਿਹੜਾ ਹੈ ਉਹ ਤੁਹਾਡੇ ਪਰਸ ਨੂੰ ਚੈੱਕ ਨਾ ਕਰੇ, ਉਹ ਤੁਹਾਡੀ ਪਲਸ ਨੂੰ ਚੈੱਕ ਕਰੇ।
ਉਹਦੇ ਵਿੱਚ ਇਹ ਨਾ ਹੋਵੇ, ਹਰੇਕ ਲਈ ਐਕਸੈਸੀਬਲ ਹੋਵੇ ਐਮਰਜੈਂਸੀ ਸਰਵਿਸਿਜ਼, ਹਰੇਕ ਲਈ ਐਕਸੈਸੀਬਲ ਹੋਵੇ ਮੈਡੀਕੇਅਰ ਸਿਸਟਮ। ਤੀਸਰਾ ਇਸ਼ੂ ਐਜੂਕੇਸ਼ਨ ਦਾ, ਐਜੂਕੇਸ਼ਨ ਪਬਲਿਕਲੀ ਫੰਡਡ, ਪਬਲਿਕਲੀ ਡਿਲੀਵਰਡ ਐਜੂਕੇਸ਼ਨ ਸਿਸਟਮ ਹੋਣਾ ਚਾਹੀਦਾ। ਉਹਦੇ ਵਿੱਚ ਅਸੀਂ ਇਨਵੈਸਟਮੈਂਟ ਕਰਨ ਦੀ ਜਿਹੜਾ ਪ੍ਰੋਗਰਾਮ ਹੈ, ਪਿਛਲੇ 2015 ਤੋਂ 19 ਤੱਕ ਜਦੋਂ ਸਾਡੀ ਗਵਰਨਮੈਂਟ ਸੀ, ਅਸੀਂ 244 ਨਵੇਂ ਸਕੂਲ ਵੀ ਬਣਾਏ, ਇਨਵੈਸਟਮੈਂਟ ਵੀ ਕੀਤੀ, ਟੀਚਰਸ ਵੀ ਹਾਇਰ ਕੀਤੇ, ਐਜੂਕੇਸ਼ਨਲ ਅਸਿਸਟੈਂਟ ਵੀ ਹਾਇਰ ਕੀਤੇ। ਜਿਹੜੇ ਸਪੈਸ਼ਲ ਨੀਡਸ ਵਾਲੇ ਬੱਚੇ ਆ, ਜਿਨ੍ਹਾਂ ਨੂੰ ਐਕਸਟਰਾ ਹੈਲਪ ਚਾਹੀਦੀ ਹੈ, ਉਹਨਾਂ ਲਈ ਪਫ ਫੰਡਿੰਗ ਉਹ ਮਜ਼ਬੂਤ ਕੀਤੀ। ਇਸੇ ਤਰ੍ਹਾਂ ਜੇ ਸਾਡੀ ਗਵਰਨਮੈਂਟ ਦੁਬਾਰਾ ਬਣਦੀ ਹੈ ਤਾਂ ਅਸੀਂ ਦੁਬਾਰਾ ਨਵੇਂ ਸਕੂਲ ਬਣਾਵਾਂਗੇ, ਜਿਹਦੇ ਵਿੱਚ ਐਜੂਕੇਸ਼ਨ ਲੈਣ ਲਈ ਬੱਚਿਆਂ ਨੂੰ ਪੈਸੇ ਨਹੀਂ ਦੇਣੇ ਪੈਣਗੇ, ਉਹਨਾਂ ਦੀ ਜਿਹੜੀ ਅਫੋਰਡੇਬਲ ਐਜੂਕੇਸ਼ਨ ਹੋਏਗੀ। ਔਰ ਪੋਸਟ ਸੈਕੰਡਰੀ ਇੰਸਟੀਟਿਊਸ਼ਨਸ ਜਿਹੜੇ 12ਵੀਂ ਤੋਂ ਬਾਅਦ ਕਾਲਜਿਸ ਯੂਨੀਵਰਸਿਟੀਜ਼ ਹੈ, ਉਹਨਾਂ ਦੀ ਫੰਡਿੰਗ ਤੇ ਕੋਈ ਕੱਟ ਨਹੀਂ ਲੱਗਣਾ ਚਾਹੀਦਾ, ਬਲਕਿ ਉਹਨਾਂ ਦੀ ਆਪਰੇਸ਼ਨਲ ਫੰਡਿੰਗ, ਉਹਨਾਂ ਦੀ ਜਿਹੜੀ ਹੋਰ ਐਕੈਡੈਮਿਕ ਜਿਹੜੀ ਹੋਰ ਉਹਨਾਂ ਨੂੰ ਸਪੋਰਟ ਕਰਨ ਵਾਲੀ ਫੰਡਿੰਗ ਹੈ, ਉਹ ਉਹਨਾਂ ਨੂੰ ਪ੍ਰੋਵਾਈਡ ਹੋਣੀ ਚਾਹੀਦੀ। ਯੂਨੀਵਰਸਿਟੀ ਆਫ ਅਲਬਰਟਾ ਤੇ $200 ਮਿਲੀਅਨ ਦਾ ਕੱਟ ਲੱਗਿਆ, ਅਸੀਂ ਉਹਨੂੰ ਰਿਵਰਸ ਕਰਾਂਗੇ। ਯੂਨੀਵਰਸਿਟੀ ਆਫ ਕੈਲਗਰੀ ਤੇ ਕੱਟ ਲੱਗਿਆ, ਓਲਡਸ ਕਾਲਜ ਤੇ ਕੱਟ ਲੱਗਿਆ, ਸੇਟ ਤੇ ਕੱਟ ਲੱਗਿਆ, ਨੇਟ ਤੇ ਕੱਟ ਲੱਗਿਆ। ਇਹ ਜਿੰਨੇ ਵੀ ਪਬਲਿਕਲੀ ਫੰਡਡ ਇੰਸਟੀਟਿਊਸ਼ਨਸ ਹੈ, ਇਹਨਾਂ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਚੌਥਾ ਜਿਹੜਾ ਇਸ਼ੂ ਹੈ ਅਫੋਰਡੇਬਿਲਿਟੀ ਹੈ। ਇੰਸ਼ੋਰੈਂਸ ਕੰਪਨੀਜ਼ ਆਪਣੀ ਮਰਜ਼ੀ ਦੇ ਨਾਲ ਇੰਸ਼ੋਰੈਂਸ ਵਧਾਉਂਦੀਆਂ, ਯੂਟਿਲਿਟੀ ਬਿਲਸ ਆਪਣੀ ਮਰਜ਼ੀ ਦੇ ਨਾਲ ਇਨਕਰੀਜ਼ ਹੁੰਦੇ। ਅਸੀਂ ਇਹ ਚਾਹੁੰਦੇ ਹਾਂ ਕਿ ਜਿਹੜੀਆਂ ਇੰਸ਼ੋਰੈਂਸ ਕੰਪਨੀਜ਼ ਹੈ, ਉਹਨਾਂ ਦਾ ਕੰਮ ਸੇਫਟੀ ਦੇਣਾ ਹੈ, ਉਹਨਾਂ ਦਾ ਕੰਮ ਤੁਹਾਡੀ ਲਾਈਫ ਨੂੰ ਸਿਕਿਉਰ ਕਰਨਾ ਹੈ, ਨਾ ਕਿ ਤੁਹਾਡੀ ਪਾਕਟ ਦੇ ਵਿੱਚੋਂ ਪੈਸੇ ਕੱਢਣਾ। ਜੇ ਸਾਡੀ ਗਵਰਨਮੈਂਟ ਆਈ, ਅਸੀਂ ਇੰਸ਼ੋਰੈਂਸ ਕੰਪਨੀਜ਼ ਦੇ ਉੱਤੇ 5% ਦਾ ਕੈਪ ਲਾਵਾਂਗੇ ਕਿ ਜੇ ਉਹ ਇਨਕਰੀਜ਼ ਵੀ ਕਰਨਾ ਚਾਹੁੰਦੀਆਂ ਤਾਂ 5% ਤੋਂ ਜ਼ਿਆਦਾ ਇਨਕਰੀਜ਼ ਨਹੀਂ ਕਰ ਸਕਦੇ। ਅਤੇ ਇਸੇ ਤਰ੍ਹਾਂ ਯੂਟਿਲਿਟੀ ਬਿਲਸ, ਬਿਜਲੀ ਦੇ ਬਿੱਲ, ਇਹ ਸਾਰੇ ਕੈਪ ਹੋਣੇ ਚਾਹੀਦੇ। ਰੂਲਿੰਗ ਪਾਰਟੀ ਨਾਲ ਹੈ, ਕਿੰਨਾ ਔਖਾ ਲੱਗਦਾ ਹੈ? ਦੇਖੋ, ਟੱਕਰ ਦਾ ਇਹ ਹੈ ਜੀ ਕਿ ਅਸੀਂ ਪੋਲੀਟਿਕਸ ਜਿਹੜੀ ਕਰਦੇ ਹਾਂ, ਅਸੀਂ ਜਿਹੜਾ ਕੰਮ ਕਰਦੇ ਹਾਂ ਉਹ ਲੋਕਾਂ ਦੇ ਇਸ਼ੂਜ਼ ਦੇ ਬੇਸ 'ਤੇ ਕਰਦੇ ਹਾਂ। ਜਿਸ ਤਰ੍ਹਾਂ ਮੈਂ ਦੱਸਿਆ, ਇਕੋਨਮੀ ਦਾ ਇਸ਼ੂ ਹੈ, ਐਜੂਕੇਸ਼ਨ ਦਾ ਇਸ਼ੂ ਹੈ, ਪੋਸਟ ਸੈਕੰਡਰੀ ਦਾ ਇਸ਼ੂ ਹੈ, ਹੈਲਥ ਕੇਅਰ ਦਾ ਇਸ਼ੂ ਹੈ, ਅਫੋਰਡੇਬਿਲਿਟੀ ਦਾ ਇਸ਼ੂ ਹੈ। ਇਹ ਕਦੇ ਵੀ ਦਿਮਾਗ 'ਚ ਨਹੀਂ ਰੱਖਿਆ ਕਿ ਅਸੀਂ ਕਿਸੇ ਨੂੰ ਹਰਾਉਣਾ। ਇਹ ਦਿਮਾਗ 'ਚ ਹੈ ਕਿ ਲੋਕਾਂ ਦੇ ਕੋਲ ਜਾ ਕੇ ਉਹਨਾਂ ਦੇ ਇਸ਼ੂਜ਼ ਦੇ ਉੱਤੇ ਕੰਮ ਕਿਸ ਤਰ੍ਹਾਂ ਕਰਨਾ, ਪਾਲਿਸੀਜ਼ ਕਿਸ ਤਰ੍ਹਾਂ ਬਣਾਉਣੀਆਂ ਕਿ ਉਹਨਾਂ ਦੀ ਲਾਈਫ, ਉਹਨਾਂ ਦੀ ਜਿਹੜੀ ਅਫੋਰਡੇਬਲ ਲਾਈਫ ਹੋ ਸਕੇ, ਉਹਨਾਂ ਦੀ ਜ਼ਿੰਦਗੀ ਬਿਹਤਰ ਹੋ ਸਕੇ। ਅਤੇ ਜੇ ਉਹਨਾਂ ਨੂੰ ਸਾਡਾ ਪਲੈਟਫਾਰਮ ਠੀਕ ਲੱਗਿਆ, ਜੇ ਉਹਨਾਂ ਨੂੰ ਸਾਡੀਆਂ ਪਾਲਿਸੀਜ਼ ਠੀਕ ਲੱਗੀਆਂ, ਤਾਂ ਫਿਰ ਟੱਕਰ ਦਾ ਕੋਈ ਚੱਕਰ ਨਹੀਂ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਬਚਨ ਸਿੰਘ ਨੇ ਆਖਿਆ ਕਿ ਉਹ ਐਨਡੀਏ ਪਾਰਟੀ ਨਾਲ ਬਹੁਤ ਟਾਈਮ ਤੋਂ ਜੁੜੇ ਹੋਏ ਨੇ। ਉਹ ਐਲਬਰਟਾ ਦੇ ਕੈਲਗਰੀ ਤੋਂ ਇਲੈਕਸ਼ਨ ਲੜ ਚੁੱਕੇ ਨੇ। ਉਹਨਾਂ ਦੱਸਿਆ ਕਿ ਉਹਨਾਂ ਦਾ ਭਤੀਜਾ ਵੀ ਉਹਨਾਂ ਦੇ ਨਾਲ ਹੀ ਕੰਮ ਕਰਦਾ ਰਿਹਾ ਅਤੇ ਸਭ ਤੋਂ ਛੋਟੀ ਉਮਰ ਦਾ ਉਮੀਦਵਾਰ ਐਲਾਨਿਆ ਗਿਆ। ਉਹਨਾਂ ਦੱਸਿਆ ਕਿ ਉਹਨਾਂ ਦਾ ਭਤੀਜਾ, ਜਿਸ ਨੇ ਪੰਜਾਬ ਦੇ ਵਿੱਚ ਇੱਕ ਵਾਰ ਵੀ ਵੋਟ ਨਹੀਂ ਪਾਈ, ਅੱਜ ਉਹ ਐਲਬਰਟਾ ਤੋਂ ਉਮੀਦਵਾਰ ਹੈ ਅਤੇ ਉਹ ਉਸ ਦੀ ਜਿੱਤ ਲਈ ਪੂਰੀ ਕੋਸ਼ਿਸ਼ ਕਰਨਗੇ। ਦੇਖੋ, ਗੁਰਿੰਦਰ ਦੀ ਮੁੱਢ ਤੋਂ ਹੀ ਜਦੋਂ ਤੋਂ ਇਹ ਪੈਦਾ ਹੋਇਆ, ਇਹਦੀ ਪਰਵਰਿਸ਼ ਸਾਡੇ ਪਰਿਵਾਰ 'ਚ ਇੰਨੇ ਵਧੀਆ ਤਰੀਕੇ ਨਾਲ ਹੋਈ ਆ। ਔਰ ਇਹਦੀ ਪੜ੍ਹਾਈ ਇੱਥੋਂ ਦਾ ਤੁਹਾਨੂੰ ਪਤਾ ਕਿ ਦਸ਼ਮੇਸ਼ ਪਬਲਿਕ ਸਕੂਲ ਫਰੀਦਕੋਟ ਤੋਂ ਹੋਈ ਹੈ। ਇਹਦੇ ਤੋਂ ਸਾਨੂੰ ਪਹਿਲਾਂ ਹੀ ਬਹੁਤ ਆਸਾਂ ਸੀ, ਸੰਭਾਵਨਾਵਾਂ ਸੀ। 2011 'ਚ ਇਹਨੇ ਬਤੌਰ ਸਟੂਡੈਂਟ ਜਾ ਕੇ ਉੱਥੇ ਪੜ੍ਹਾਈ ਸ਼ੁਰੂ ਕੀਤੀ ਔਰ ਪੜ੍ਹਾਈ ਦੇ ਵਿੱਚ ਵੀ ਬੜਾ ਅਵਲ ਦਰਜੇ ਦੇ ਵਿੱਚ ਰਿਹਾ। ਇਹ ਡਿਪਲੋਮੇ 'ਚ ਵੀ, ਡਿਗਰੀ 'ਚ ਵੀ ਔਰ ਪੋਸਟ ਗ੍ਰੈਜੂਏਸ਼ਨ 'ਚ ਵੀ। ਔਰ ਕਿਉਂਕਿ ਮੈਂ ਉੱਥੇ ਪਹਿਲਾਂ ਦਾ ਸੀਗਾ, ਮੈਂ ਇਸ ਅਲਬਰਟਾ ਨਿਊ ਡੈਮੋਕ੍ਰੇਟ ਪਾਰਟੀ ਨਾਲ ਪਹਿਲਾਂ ਤੋਂ ਜੁੜਿਆ ਹੋਇਆ ਸੀ। ਸੋ ਜਦੋਂ ਇਹ ਮੇਰੇ ਨਾਲ ਗਿਆ ਤਾਂ ਇਹਨੂੰ ਵੀ ਲੱਗਿਆ ਵੀ ਇਹ ਜਿਹੜੀ ਪਾਲਿਸੀ ਹੈਗੀਆਂ ਪਾਰਟੀ ਦੀਆਂ, ਇਹ ਲੋਕਾਂ ਦੇ ਹਿੱਤ ਵਿੱਚ ਹੈ। ਅਤੇ ਇਹ ਜਿਸ ਤਰ੍ਹਾਂ ਮੈਂ ਪਾਰਟੀ ਨਾਲ ਜੁੜਿਆ ਸੀ, ਉਸ ਤਰ੍ਹਾਂ ਇਹ ਵੀ ਉਸ ਤੋਂ ਨਾਲ ਜੁੜ ਗਿਆ 2011 ਤੋਂ। ਔਰ ਉਦੋਂ ਤੋਂ ਹੀ ਇਹ ਜਿਹੜੇ ਸਮਾਜ ਭਲਾਈ ਦੇ ਕੰਮ ਲੋਕਲ ਉੱਥੇ ਹੈਗੇ ਆ, ਲੋਕਲ ਇਸ਼ੂਜ਼ ਹੈਗੇ ਆ, ਜਿਹੜੇ ਸਾਡੇ ਲੋਕਲ ਕਮਿਊਨਿਟੀ ਦੇ ਜਿਹੜੇ ਕੰਮਕਾਰ ਆ, ਉਹ ਉਦੋਂ ਤੋਂ ਹੀ ਕਰਦਾ ਆ ਰਿਹਾ। ਔਰ ਕਿਉਂਕਿ ਹੁਣ ਸੰਭਾਵਨਾਵਾਂ ਸੀ ਇਹਦੇ ਵਿੱਚ, ਤਾਂ ਪਾਰਟੀ ਨੇ ਵੀ ਦੇਖਿਆ, ਸੋਚਿਆ। ਇਹਨੂੰ ਪਿਛਲੇ 3-4 ਸਾਲ ਤੋਂ ਜਿਹੜੇ ਉੱਥੋਂ ਦੇ MLAs ਆ, ਉੱਥੋਂ ਦੀ ਸਾਡੀ ਪਾਰਟੀ ਲੀਡਰ ਹੈ ਰਿਚਰਡ ਨੋਟਲੀ, ਉਹਨਾਂ ਨੇ ਆਪ ਦੇ ਨਾਲ ਜੋੜੀ ਰੱਖਿਆ, ਉਹਨਾਂ ਦੇ ਨਾਲ ਕੰਮ ਕੀਤਾ ਲਗਾਤਾਰ। ਸੋ ਹੁਣ ਉਹਨਾਂ ਨੇ ਸਮਝਿਆ ਕਿ ਇਹ ਯੋਗ ਉਮੀਦਵਾਰ ਹੈਗੇ ਉੱਥੋਂ ਦੇ। ਸੋ ਇਸ ਕਰਕੇ ਇਹਦੇ ਮੁਕਾਬਲੇ ਦੇ ਵਿੱਚ ਵੀ ਕੋਈ ਨੋਮੀਨੇਸ਼ਨ ਦੇ ਵਿੱਚ ਕੋਈ ਜਿਹੜਾ ਹੋਰ ਜਿਹੜਾ ਕੈਂਡੀਡੇਟ ਨਹੀਂ ਆਇਆ। ਸੋ ਇਹ ਇੱਕ ਤਰ੍ਹਾਂ ਨਾਲ ਪਾਰਟੀ ਨੇ ਇਹਨੂੰ ਆਪਦੀ ਇੱਛਾ ਮੁਤਾਬਕ ਕੈਂਡੀਡੇਟ ਚੁਣਿਆ ਔਰ ਸਾਨੂੰ ਪੂਰੀ ਉਮੀਦ ਹੈ ਕਿ ਇਸ ਵਾਰ ਇਹ ਉੱਥੇ ਕਾਮਯਾਬ ਹੋਊਗਾ। ਔਰ ਉਮੀਦ ਹੈ ਕਿ ਸਭ ਤੋਂ ਛੋਟੀ ਉਮਰ ਦਾ MLA ਉੱਥੇ ਬਣਦਾ, ਇਹਨੂੰ ਸੁਭਾਗ ਪ੍ਰਾਪਤ ਹੋਊਗਾ। ਕਿਸ ਤਰੀਕੇ ਨਾਲ ਕੰਮ ਆਊਗਾ ਇਹਨਾਂ ਦੇ? ਬਿਲਕੁਲ ਜੀ, ਮੈਂ ਗਾਈਡ ਵੀ ਕਰ ਰਿਹਾ ਔਰ ਮੈਂ ਕਹਿੰਦਾ ਵੀ ਮੇਰਾ ਪੂਰਾ ਜ਼ੋਰ ਲੱਗਿਆ ਹੋਇਆ ਸਾਰੇ ਉੱਥੋਂ ਦੇ ਜਿਹੜੇ ਜਿੰਨੇ ਵੀ ਸਾਡੇ ਜਾਣਕਾਰ ਲੋਕ ਆ ਉਹਨਾਂ ਨਾਲ ਮਿਲ ਕੇ। ਔਰ ਮੈਂ ਸਮਝਦਾ ਕਿ ਇੱਥੇ ਵੀ ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ
ਅਸੀਂ ਰਿਕੁਐਸਟ ਕਰਾਂਗੇ ਉਹਨਾਂ ਲੋਕਾਂ ਨੂੰ ਜਿਹੜੇ ਕੈਲਗਰੀ ਵਿੱਚ ਰਹਿੰਦੇ ਆ, ਆਪਦੇ ਰਿਸ਼ਤੇਦਾਰਾਂ ਨੂੰ ਜਾਂ ਜਿੰਨੇ ਵੀ ਉੱਥੇ ਸਾਡੇ ਇਸ ਹਲਕੇ ਦੇ ਵਿੱਚ ਰਹਿਣ ਵਾਲੇ ਲੋਕ ਆ, ਉਹਨਾਂ ਨੂੰ ਇਸ ਬੱਚੇ ਬਾਰੇ ਦੱਸਣ ਔਰ ਸਾਡੀ ਸਪੋਰਟ ਕਰਨ ਤਾਂ ਕਿ ਇਹ ਐਮਐਲਏ ਦੇ ਤੌਰ 'ਤੇ ਚੁਣਿਆ ਜਾਵੇ ਔਰ ਸਾਡੇ ਫਰੀਦਕੋਟ ਦਾ ਨਾਮ ਉੱਚਾ ਹੋਵੇ, ਪੰਜਾਬ ਦਾ ਨਾਮ ਉੱਚਾ ਹੋਵੇ ਅਤੇ ਉੱਥੇ ਸਾਨੂੰ ਇਸ ਬੱਚੇ ਨੂੰ ਕੰਮ ਕਰਨ ਦਾ ਮੌਕਾ ਮਿਲੇ ਤਾਂ ਕਿ ਲੋਕਾਂ ਦੇ ਜੀਵਨ ਪੱਧਰ ਨੂੰ ਉੱਥੇ ਉੱਚਾ ਚੁੱਕਿਆ ਜਾ ਸਕੇ। ਕੀ ਪੰਜਾਬੀ ਪਹਿਲੇ ਉੱਥੇ ਜਿਹੜੇ ਚੁਣੇ ਗਏ ਇਸ ਪਾਰਟੀ ਵੱਲੋਂ ਤਾਂ ਜਿਹੜਾ ਹੁਣ ਉੱਥੋਂ ਦਾ ਜਿਹੜੀ ਹੁਣ ਲੈਜਿਸਲੇਟਿਵ ਅਸੈਂਬਲੀ ਹੈ ਉਹਦੇ 'ਚ ਇੱਕ ਪੰਜਾਬੀ ਹੈ ਔਰ ਅਗਲੇ ਵਾਰੀ ਨੂੰ ਹੋ ਸਕਦਾ ਕਿ ਇੱਕ ਤੋਂ ਵੱਧ ਪੰਜਾਬੀ ਉੱਥੇ ਚੁਣੇ ਜਾਣ। ਸੋ ਪੰਜਾਬੀਆਂ ਦੀ ਗਿਣਤੀ ਜਿਹੜੇ ਹਲਕੇ 'ਚ ਹੈਗੀ ਉੱਥੋਂ ਇਹ ਜਿਹੜੀ ਇਹਦੀ ਕੈਂਡੀਡੇਚਰ ਉੱਥੋਂ ਬਣੀ ਹੈ। ਹੋਰ ਵੀ ਇੱਕ ਦੋ ਹਲਕੇ ਹੈਗੇ ਜਿੱਥੇ ਪੰਜਾਬੀ ਸ਼ਾਇਦ ਹੋਰ ਵੀ ਅੱਗੇ ਆਉਣ, ਪਰ ਹੁਣ ਤੱਕ ਜਿਹੜੀਆਂ ਵੀ ਨੋਮੀਨੇਸ਼ਨਸ ਕੰਪਲੀਟ ਹੋਈਆਂ 8 ਕੁ, ਉਹਨਾਂ ਵਿੱਚ ਇਹ ਇਕੱਲਾ ਹੀ ਪੰਜਾਬੀ ਹੈ ਜਿਹੜਾ ਅਗਲੀ ਵਾਰੀ ਇਲੈਕਸ਼ਨ ਲੜੂਗਾ।